Okay, everyone, so welcome back. We are here again with another task 2, and this one on 22 July 2023. So let's take a look at our topic. Okay, Hanji guys, here is our topic. Historical objects should be brought back to their country of origin. To what extent do you agree or disagree? ਕਾਫੀ ਜ਼ਿਆਦਾ ਈਜ਼ੀ ਟੌਪਿਕ ਲੱਗ ਰਿਹਾ ਜੀ। ਕਹਿੰਦੇ ਵੀ ਜਿਹੜੇ ਹਿਸਟੋਰੀਕਲ ਆਬਜੈਕਟਸ ਆ ਜਿਨ੍ਹਾਂ ਨੂੰ ਆਪਾਂ ਆਰਟੀਫੈਕਟਸ ਵੀ ਕਹਿ ਦਿੰਦੇ ਆਗੇ, ਜਿਹੜੇ ਮਿਊਜ਼ੀਅਮ ਦੇ ਵਿੱਚ ਰੱਖੇ ਜਾਂਦੇ ਆਗੇ, ਪੁਰਾਣੇ ਅਵਸ਼ੇਸ਼ ਲੱਭਦੇ ਆਗੇ ਆਪਾਂ ਨੂੰ ਪੁਰਾਣੀਆਂ ਸਿਵਲਾਈਜੇਸ਼ਨ ਦੇ ਜਾਂ ਕੁਛ ਹੋਰ, ਵੀ ਉਹ ਜਿਹੜੀ ਕੰਟਰੀ ਦੇ ਵਿੱਚੋਂ ਨਿਕਲੇ ਸੀਗੇ, ਜਿੱਥੋਂ ਆਰਕੀਓਲੋਜਿਸਟ ਨੇ ਫਾਈਂਡ ਕਰੀ ਸੀ, ਧਰਤੀ ਦੇ ਵਿੱਚ ਦੱਬੇ ਹੋਏ ਕੱਢੇ ਸੀ, ਕਿ ਉਸੀ ਸਿਟੀ ਨੂੰ ਵਾਪਸ ਕਰ ਦੇਣੇ ਚਾਹੀਦੇ ਆਗੇ, ਕੰਟਰੀ ਨੂੰ ਵਾਪਸ ਕਰ ਦੇਣੇ ਚਾਹੀਦੇ ਆਗੇ। ਕੀ ਇਸ ਚੀਜ਼ ਨਾਲ ਤੁਸੀਂ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ? So first let's take a look at our introduction. Okay everyone, so here is our introduction. It is opined by some people that ancient artifacts need to be given back to nation they originally belonged to. I fully support the given point of view owing to a number of factors. ਨਾਓ ਕਾफ़ी ज़्यादा ਸਿੰਪਲ ਸਟੇਟਮੈਂਟ ਬਣਾਈ ਹੈ ਜੀ। ਆਪਾਂ ਸਿੰਪਲੀ ਕਹਤਾ ਵੀ ਕੁਛ ਲੋਕਾਂ ਦੁਆਰਾ ਇਹ ਮੰਨਿਆ ਜਾਂਦਾ ਕਿ ਜਿਹੜੇ ਐਂਸ਼ੀਅੰਟ ਆਰਟੀਫੈਕਟਸ ਆ ਗਏ ਉਹ ਵਾਪਸ ਦੇ ਦੇਣੇ ਚਾਹੀਦੇ ਆ ਉਸ ਨੇਸ਼ਨ ਨੂੰ ਜਿਹਨੂੰ ਓਰੀਜਨਲੀ ਬਿਲੋਂਗ ਕਰਦੇ ਨਾ। ਓਬਵੀਅਸਲੀ ਓਰੀਜਨਲੀ ਬਿਲੋਂਗ ਕਿਹਨੂੰ ਕਰਨਗੇ? ਜਿੱਥੋਂ ਉਹ ਲੱਭੇ ਗਏ ਸੀਗੇ। ਅਤੇ ਮੈਂ ਇਹਦੇ ਫੁੱਲੀ ਸਪੋਰਟ ਦੇ ਵਿੱਚ ਲਿਖਿਆ ਕਿਉਂਕਿ ਮੇਰੇ ਹਿਸਾਬ ਨਾਲ ਵੀ ਇਹਦੇ ਵਿੱਚ ਪਾਰਸ਼ਲ ਲਿਖਣ ਨਾਲੋਂ ਜ਼ਿਆਦਾ ਵਧੀਆ ਪੁਆਇੰਟਸ ਆਪਾਂ ਨੂੰ ਫੁੱਲੀ ਸਪੋਰਟ ਵਾਲੇ ਦੇ ਵਿੱਚ ਮਿਲਦੇ ਆ, ਕਿਉਂਕਿ ਓਬਵੀਅਸਲੀ ਆਪਾਂ ਖੁਦ ਇਸ ਚੀਜ਼ ਦਾ ਸ਼ਿਕਾਰ ਹੋਏ ਹਾਂ। ਬ੍ਰਿਟਿਸ਼ਰਸ ਵੀ ਆਪਣੇ ਤੋਂ ਕਿੰਨਾ ਕੁਛ ਲੈ ਕੇ ਗਏ, ਸੋ ਆਪਾਂ ਨੂੰ ਵੀ ਥੋੜ੍ਹਾ ਜਿਹਾ ਪਰਸਨਲ ਐਕਸਪੀਰੀਅੰਸ ਹੈਗਾ ਗਾ। ਮੇਰੇ ਹਿਸਾਬ ਨਾਲ ਵਨ ਸਾਈਡਡ ਐਸੇ ਵੀ ਇੱਕ ਅੱਧਾ ਲਿਖ ਕੇ ਦੇਖ ਲੈਣਾ ਚਾਹੀਦਾ ਸੀਗਾ ਸਾਨੂੰ। ਸੋ ਆਈ ਗੈਸ ਮੈਨੂੰ ਇਹ ਵਧੀਆ ਪਰਫੈਕਟ ਸੈਂਪਲ ਲੱਗਾ ਕਿ ਇੱਕ ਸਾਈਡਡ ਐਸੇ ਸਾਨੂੰ ਲਿਖ ਕੇ ਦਿਖਾ ਦਿੱਤਾ ਜਾਵੇ। ਸੋ now let's take a look at our BP1. Okay, Hanji guys, here is our BP1. To commence with, there are various causes as to why any objects of historical importance ought to be returned to their native country. ਸੋ ਕਾफ़ੀ ਜ਼ਿਆਦਾ ਸਿੰਪਲ ਟੌਪਿਕ ਸਟੇਟਮੈਂਟ ਬਣਾਈ ਹੈ ਜੀ ਆਪਾਂ ਕਿ ਬਾਲੇ ਸਾਰੇ ਕਾਜ਼ਸ ਨੇ ਜਿਨ੍ਹਾਂ ਕਰਕੇ ਕੋਈ ਵੀ ਆਬਜੈਕਟ ਜਿਹੜੇ ਹਿਸਟੋਰੀਕਲ ਇੰਪੋਰਟੈਂਸ ਦੇ ਹੋਣ। ਸੋ ਹਿਸਟੋਰੀਕਲ ਇੰਪੋਰਟੈਂਸ ਵਾਲੇ ਆਬਜੈਕਟਸ ਓਬਵੀਅਸਲੀ ਜੀ ਕਿਹੜੇ ਹੋ ਗਏ? ਆਪਣੇ ਹਿਸਟੋਰੀਕਲ ਆਬਜੈਕਟਸ, ਉਹਨਾਂ ਨੂੰ ਰਿਟਰਨ ਕਰਨ ਦੇਣਾ ਚਾਹੀਦਾ ਉਹਨਾਂ ਦੀ ਨੇਟਿਵ country. Now ਪਹਿਲਾ ਦੇਖਦੇ ਹਾਂ ਜੀ ਆਈਡੀਆ ਆਪਣਾ। The first and foremost one is that a foreign nation has no right to possess historical items of other one, as it is wrong from both a legal and moral perspective and is unjustifiable. Now ਕਾफ़ੀ ਜ਼ਿਆਦਾ ਸਿੰਪਲ ਐਂਡ ਆਈ ਗੈਸ ਵਾਂਸ ਅਗੇਨ ਇੱਕ ਫਿਲੋਸੋਫੀਕਲ ਜਿਹਾ ਪੁਆਇੰਟ ਆਫ ਵਿਊ ਪ੍ਰਜੈਂਟ ਕੀਤਾ ਜੀ ਆਪਾਂ ਕਿ ਮੋਰਲੀ ਅਤੇ ਕਾਨੂੰਨੀ ਤੌਰ ਦੇ ਉੱਪਰ ਇਹ ਗਲਤ ਹੈ ਕਿ ਇੱਕ ਨੇਸ਼ਨ ਦਾ ਜਿਹੜੀ ਚੀਜ਼ ਹੈ ਉਹ ਇੱਕ ਦੂਸਰੀ ਨੇਸ਼ਨ ਪੋਜੈਸ ਕਰੇ ਨਾ। ਓਬਵੀਅਸਲੀ ਇਹਨੂੰ ਕੀ ਕਹਾਂਗੇ ਆਪਾਂ? ਚੋਰੀ ਕਹਾਂਗੇ, ਸਟੀਲਿੰਗ ਕਹਾਂਗੇ, ਹੈ ਨਾ। ਸੋ ਤਾਂ ਕਰਕੇ ਇਹ ਲੀਗਲੀ ਅਤੇ ਮੋਰਲੀ ਕਰੈਕਟ ਨਹੀਂ ਹੈਗਾ। ਇਹ ਉਸੇ ਦੇਸ਼ ਨੂੰ ਵਾਪਸ ਦੇ ਦੇਣਾ ਚਾਹੀਦਾ ਗਾ। ਕੋਈ ਬਾਹਰਲਾ ਨੇਸ਼ਨ ਹੈ ਕਿਸੇ ਚੀਜ਼ ਨੂੰ ਆਪਦੇ ਕੋਲੇ ਰੱਖ ਨਹੀਂ ਸਕਦਾ। ਚਲੋ ਜੀ ਅਗਲਾ ਆਈਡੀਆ ਦੇਖਦੇ ਹਾਂ ਜੀ। ਅਲੋਂਗ ਵਿਦ ਦਿਸ ਪੀਪਲ ਆਫ ਦਾ ਰੀਜਨ ਫਰੋਮ ਵੇਅਰ ਸਚ ਆਰਟੀਫੈਕਟ ਕੇਮ tend to have an attachment to it which can spur anger in them. As a result, it can damage the relationship between those two nations. For example, Indian citizens often accuse and curse the British for stealing Kohinoor, their precious jewel, and not giving it back. ਸੋ ਕਾफ़ੀ ਜ਼ਿਆਦਾ ਸਿੰਪਲ ਆਈਡੀਆ ਹੈ ਜੀ ਆਪਣਾ ਕਿ ਜਿਹੜੇ ਰੀਜਨ ਦੇ ਵਿੱਚ ਕੋਈ ਆਰਟੀਫੈਕਟ ਲੱਭਿਆ ਗਿਆ ਹੈਗਾ ਉਸ ਏਰੀਆ ਦੇ ਜਿਹੜੇ ਲੋਕ ਆ ਉਹਨਾਂ ਦੀ ਅਟੈਚਮੈਂਟ ਹੋ ਜਾਂਦੀ ਆ, ਉਹਨਾਂ ਦੇ ਇਮੋਸ਼ਨਸ ਜੁੜ ਜਾਂਦੇ ਆ ਕਿ ਉਸ ਆਰਟੀਫੈਕਟ ਨਾਲ ਕਿ ਇਹ ਸਾਡੇ ਇੱਥੋਂ ਲੱਭਿਆ ਸੀਗਾ, ਇਹ ਸਾਡਾ ਆਰਟੀਫੈਕਟ ਆ, ਸਾਡੀ ਹਿਸਟਰੀ ਆ ਜਾਂ ਸਾਡਾ ਕਲਚਰ ਹੈ। ਸੋ ਜੇ ਉਹ ਕੋਈ ਆਰਟੀਫੈਕਟ ਵਾਪਸ ਨਹੀਂ ਦਿੱਤਾ ਜਾਂਦਾ ਤਾਂ ਓਬਵੀਅਸਲੀ ਇਹ ਇੱਕ ਐਂਗਰ ਉਹਨਾਂ ਦੇ ਵਿੱਚ ਕ੍ਰੀਏਟ ਕਰ ਸਕਦਾ ਗਾ, ਉਹਨਾਂ ਨੂੰ ਗੁੱਸੇ ਕਰ ਸਕਦਾ ਗਾ, ਜਿਹਦੇ ਕਰਕੇ ਜਿਹੜੀਆਂ ਦੋ ਕੰਟਰੀਜ਼ ਦੇ ਵਿੱਚ ਵਾਦ ਵਿਵਾਦ ਆਏਗਾ ਉਹਨਾਂ ਦੀ ਜਿਹੜੀ ਰਿਲੇਸ਼ਨਸ਼ਿਪ ਆ ਉਹ ਡੈਮੇਜ ਹੋ ਸਕਦੀ ਆ। ਹੁਣ ਇਹਦੀ ਕਾफ़ੀ ਜ਼ਿਆਦਾ ਕਾਮਨ ਐਗਜ਼ਾਮਪਲ ਦਿੱਤੀ ਹੈ ਜੀ, ਜਿਵੇਂ ਆਪਣੇ ਲੋਕ ਕਹੀ ਜਾਂਦੇ ਰਹਿੰਦੇ ਆ ਵੀ ਬ੍ਰਿਟਿਸ਼ਰਸ ਸਾਡਾ ਕੋਹੀਨੂਰ ਲੈ ਕੇ ਚੋਰੀ ਕਰਕੇ ਕੋਹੀਨੂਰ ਵਾਪਸ ਕਰੋ, ਹੈ ਨਾ। ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਹੈਗੇ। ਮੈਂ ਵਰਡ ਐਗਜ਼ੈਕਟਲੀ ਯੂਜ਼ ਕੀਤਾ ਹੈਗਾ ਕਰਸ ਗਾਲਾਂ ਕੱਢਣ ਨੂੰ ਕਹਿ ਦਿੰਦੇ ਹੈਗੇ ਜੀ। ਸੋ ਲਾਈਕ ਮੈਂ ਲਿਟਰਲੀ ਆਪਣੇ ਲੋਕਾਂ ਦੀ ਫੀਲਿੰਗਸ ਦੀ ਹੀ ਐਗਜ਼ਾਮਪਲ ਇਹਦੇ ਉੱਪਰ ਦੇ ਦਿੱਤੀ ਕਿਉਂਕਿ ਮੈਨੂੰ ਥੋੜ੍ਹੀ ਬਹੁਤ ਜ਼ਿਆਦਾ ਫਿਟਿੰਗ ਲੱਗੀ ਇੱਥੇ। ਸੋ ਦੈਟ ਵਾਜ਼ ਅਵਰ ਫਸਟ BP. Hope you understand it. ਕਿਸੇ ਨੂੰ ਕੋਈ ਵੀ ਡਾਊਟ ਰਹੇਗਾ please comment down and anything else you would like to ask also. Okay, so let's move on.
ਸੋ ਹੇਅਰ ਇਜ਼ ਅਵਰ BP2 ਨਾਓ ਰਾਜੇ ਤੁਸੀਂ ਸਾਰੇ ਜਾਣੇ ਧਿਆਨ ਨਾਲ ਦੇਖ ਸਕਦੇ ਹੋ ਵੀ ਜਿਹੜਾ BP2 ਆ ਇਹਦੇ ਵਿੱਚ ਮੈਂ ਕੋਈ ਟੌਪਿਕ ਸਟੇਟਮੈਂਟ ਨਹੀਂ ਬਣਾਈ। ਤੁਸੀਂ ਮੇਰੇ ਅਰਲੀਅਰ ਐਸੇਜ਼ ਦੇ ਵਿੱਚ ਦੇਖਿਆ ਹੋਊਗਾ ਮੈਂ BP1 BP2 ਦੋਨਾਂ ਦੇ ਵਿੱਚ ਟੌਪਿਕ ਸਟੇਟਮੈਂਟ ਬਣਾਉਣਾ, ਬਟ ਅੱਜ ਨਹੀਂ ਬਣਾਈ ਓਬਵੀਅਸਲੀ। ਵਾਈ? ਬਿਕੋਜ਼ ਵਨ ਸਾਈਡਡ ਐਸੇ ਹੈ ਜੀ, ਸਾਰੇ ਸਿਮਿਲਰ ਟਾਈਪ ਆਫ ਆਈਡੀਆਜ਼ ਕੰਟੀਨਿਊ ਹੋ ਰਹੇ। ਮੇਰੇ ਕੋਲ ਚੋਇਸ ਸੀ, ਮੈਂ ਬਣਾ ਵੀ ਸਕਦਾ ਸੀ, ਬਟ ਜਦੋਂ ਵਨ ਸਾਈਡਡ ਲਿਖ ਰਹੇ ਹੁੰਦੇ ਆਪਾਂ ਐਸੇ ਉਦੋਂ ਇਹ ਵੇਸਟੇਜ ਹੁੰਦੀ ਆ ਵੀ ਜੇ ਆਪਾਂ ਦੋ ਵਾਰ ਟੌਪਿਕ ਸਟੇਟਮੈਂਟ ਬਣਾਈ, ਕਿਉਂਕਿ ਸਿਮਿਲਰ ਜੀ ਬਣ ਜਾਣੀ ਓਬਵੀਅਸਲੀ। ਮੈਨੇ ਇੱਥੇ ਦੁਬਾਰਾ ਉਹੀ ਚੀਜ਼ ਲਿਖਣੀ ਪਊ। ਦੇयर ਆਰ ਵੇਰੀਅਸ ਆਈਡੀਆਜ਼ ਜਾਂ ਦੇयर ਆਰ ਵੇਰੀਅਸ ਫੈਕਟਰਸ ਓਇੰਗ ਟੂ ਵਿਚ ਹਿਸਟੋਰੀਕਲ ਆਬਜੈਕਟ ਸ਼ੁੱਡ ਬੀ ਰਿਟਰਨ ਟੂ देयर ਨੇਟਿਵ ਕੰਟਰੀਜ਼। ਇੱਦਾਂ ਦਾ ਕੁਛ ਮੈਨੂੰ ਦੁਬਾਰਾ ਉਹੀ ਸਟੇਟਮੈਂਟ ਮੋਲਡ ਕਰਕੇ ਬਣਾਉਣੀ ਪੈਣੀ ਸੀ ਐਂਡ ਉਹ ਰੈਪੀਟੀਸ਼ਨ ਹੋ ਜਾਣੀ ਸੀ। ਸੋ ਮੈਂ ਸਿੱਧਾ ਆਈਡੀਆਜ਼ ਤੋਂ ਕੰਟੀਨਿਊ ਕਰਿਆ। Furthermore, these things also carry historical and cultural importance with them, as they can provide knowledge about past civilizations that were unique to their place of origin. Now ਆਪਾਂ ਕਹਿ ਸਕਦੇ ਹਾਂ ਜੀ ਜਿਹੜੀ ਹਿਸਟੋਰੀਕਲ ਤੇ ਕਲਚਰਲ ਇੰਪੋਰਟੈਂਸ ਹੈ ਉਹ ਜੁੜੀ ਹੁੰਦੀ ਹੈ, ਕਿਉਂਕਿ ਇਹ ਨੌਲੇਜ ਪ੍ਰੋਵਾਈਡ ਕਰ ਸਕਦੀਆਂ ਨੇ ਪਾਸਟ ਸਿਵਲਾਈਜੇਸ਼ਨ ਦੀਆਂ ਜਿਹੜੀਆਂ ਯੂਨੀਕ ਸੀ ਇਹਨਾਂ ਦੀ ਪਲੇਸ ਆਫ ਓਰੀਜਨ ਤੋਂ। ਨਾ ਕੋਈ ਚੀਜ਼ ਜਿੱਥੋਂ ਲੱਭੀ ਆ ਉੱਥੋਂ ਦੀ ਪੁਰਾਣੀ ਸਿਵਲਾਈਜੇਸ਼ਨ ਵਾਲੇ ਆਪਾਂ ਨੂੰ ਉਹ ਨੌਲੇਜ ਦੇ ਸਕਦੀ ਹੈ। ਸੋ ਤਾਂ ਕਰਕੇ देयरफॉर दे आर ऑफ utmost significance to their native country। ਉਹਨਾਂ ਦੀ ਜਿਹੜੀ ਕੰਟਰੀ ਜਿੱਥੋਂ ਲੱਭੇ ਆ ਉਹਨਾਂ ਵਾਸਤੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ। ਇਹਦੀ ਵੀ ਆਪਾਂ ਅੱਗੇ ਐਗਜ਼ਾਮਪਲ ਦਿੱਤੀ ਹੈ ਜੀ ਰੋਜ਼ੈਟਾ ਸਟੋਨ। ਨਾਓ ਰੋਜ਼ੈਟਾ ਸਟੋਨ ਕਾਫੀ ਜਣਾਂ ਨੂੰ ਮੇ ਬੀ ਨਾ ਪਤਾ ਹੋਵੇ। ਇਹ ਆਈ ਗੈਸ ਇਹ ਇੱਕ ਆਪਣਾ ਪੱਥਰ ਸੀਗਾ ਜੀ ਜਿਹਦੇ ਉੱਪਰ ਕੁਛ ਏਂਸ਼ੀਅਨ ਲੈਂਗੁਏਜ 'ਚ ਲਿਖਿਆ ਹੋਇਆ ਸੀ। ਉਹਨੂੰ ਬ੍ਰਿਟਿਸ਼ ਚੱਕ ਕੇ ਲੈ ਗਏ ਸੀਗੇ। ਇਹ ਇਜਿਪਟ ਦੇ ਵਿੱਚ ਲੱਭਿਆ ਗਿਆ ਸੀ ਐਂਡ ਇਜਿਪਟ ਵਾਲੇ ਵੀ ਇਹਨੂੰ ਵਾਪਸ ਡਿਮਾਂਡ ਕਰ ਰਹੇ ਹੈਗੇ ਬ੍ਰਿਟਿਸ਼ਰਸ ਤੋਂ। ਨਾਓ ਇਹਦੀ ਆਪਾਂ ਐਗਜ਼ਾਮਪਲ ਕੀ ਬਣਾਈ ਕਿ ਰੋਜ਼ੈਟਾ ਸਟੋਨ ਫॉर ਐਨ ਇੰਸਟੈਂਸ is an Egyptian relic that has valuable information about Egypt's past and could be used to teach its present generation, but they cannot do so because it is in the custody of England। ਨਾਓ ਇਹ ਵੀ ਕਾਫੀ ਜ਼ਿਆਦਾ ਸਿੰਪਲ ਐਗਜ਼ਾਮਪਲ ਬਣਾਈ ਹੈ ਜੀ। ਜਿਹੜੇ ਇਜਿਪਸ਼ੀਅਨ ਲੋਕ ਆ ਉਹਨਾਂ ਦੇ ਪਾਸਟ ਦੀ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਗਿਵਨ ਆ ਰੋਜ਼ੈਟਾ ਸਟੋਨ ਦੇ ਉੱਪਰ, ਕਿਉਂਕਿ ਉਹਦੇ ਉੱਪਰ ਰਾਜਿਆਂ ਮਹਾਰਾਜਿਆਂ ਦੇ ਕੋਈ ਹੁਕਮ ਵਗੈਰਾ ਇੱਦਾਂ ਲਿਖੇ ਹੋਏ ਆ ਜੀ। ਸੋ ਉਹ ਵੈਲਿਊਏਬਲ ਇਨਫੋਰਮੇਸ਼ਨ ਕੈਰੀ ਕਰਦਾ ਪਾਸਟ ਦੇ ਬਾਰੇ, ਬਟ ਉਹ ਇੱਦਾਂ ਦੀ ਜਿਹੜੀ ਇਨਫੋਰਮੇਸ਼ਨ ਆਪਣੀ ਪ੍ਰੈਜ਼ੈਂਟ ਜਨਰੇਸ਼ਨ ਨੂੰ ਟੀਚ ਨਹੀਂ ਕਰ ਪਾਉਂਦੇ, ਕਿਉਂਕਿ ਜਿਹੜਾ ਉਹ ਸਟੋਨ ਹੈ ਜੀ ਉਹ ਕਿਹਦੀ ਕਸਟਡੀ 'ਚ ਆ? ਇੰਗਲੈਂਡ ਦੀ ਕਸਟਡੀ ਦੇ ਵਿੱਚ। Okay, lastly, sending these things back to location where they were found could be very beneficial. To elaborate, they could help in further discoveries of other items related to them by providing various insights to archaeologists। Now ਜੇ ਇਹਨਾਂ ਨੂੰ ਆਪਾਂ ਵਾਪਸ ਉਹੀ ਕੰਟਰੀ ਦੇ ਵਿੱਚ ਭੇਜ ਦਿੰਦੇ ਹਾਂ, ਉਹੀ ਲੋਕੇਸ਼ਨ ਤੇ ਭੇਜ ਦਿੰਦੇ ਹਾਂ ਜਿੱਥੋਂ ਲੱਭੀਆਂ ਗਈਆਂ ਸੀ, ਤਾਂ ਇਹ ਆਰਕੀਓਲੋਜਿਸਟ ਨੂੰ ਮਦਦ ਕਰ ਸਕਦਾ ਉਹਦੇ ਰਿਲੇਟਡ ਹੀ ਹੋਰ ਡਿਸਕਵਰੀਜ਼ ਉਸੇ ਕੰਟਰੀ ਜਾਂ ਉਸੇ ਜਗ੍ਹਾ ਦੇ ਉੱਪਰ ਕਰਨ ਵਾਸਤੇ, ਕਿਉਂਕਿ ਉਹ ਇਨਸਾਈਟਸ ਪ੍ਰੋਵਾਈਡ ਕਰ ਸਕਦਾ ਉਹਨਾਂ ਨੂੰ ਵੀ ਉੱਥੇ ਹੋਰ ਕੀ ਕੁਛ ਆ ਜਾਂ ਉੱਥੇ ਕਿੱਦਾਂ ਦੀ ਸਿਵਲਾਈਜੇਸ਼ਨ ਸੀ ਇੱਦਾਂ, ਅਤੇ ਹੋਰ ਫਰਦਰ ਡਿਸਕਵਰੀ ਦੇ ਵਿੱਚ ਉਹਨਾਂ ਨੂੰ ਕਿਸੇ ਹਿਸਾਬ ਨਾਲ ਮਦਦ ਕਰ ਸਕਦਾ ਹੈ ਜੀ। ਸੋ ਦੈਟ ਵਾਜ਼ ਅਵਰ BP2। ਹੋਪ ਸਾਰਿਆਂ ਨੂੰ ਆਈਡੀਆਜ਼ ਅੰਡਰਸਟੈਂਡ ਹੋਏ ਹੋਣਗੇ ਜੀ। ਐਂਡ ਵੰਸ ਅਗੇਨ ਕੋਈ ਡਾਊਟਸ ਹੋਣ ਦੈਨ ਪਲੀਜ਼ ਕਮੈਂਟ ਡਾਊਨ। ਸੋ ਲੈਟਸ ਮੂਵ ਫਰਦਰ ਟੂ ਅਵਰ ਕਨਕਲੂਜ਼ਨ। ਹਾਂਜੀ ਗਾਇਜ਼ ਆਪਾਂ ਅਬਾਊਟ ਐਂਡ ਆਫ ਵੀਡੀਓ ਤੇ ਆ ਚੁੱਕੇ ਹਾਂ ਜੀ। ਇਟਸ ਟਾਈਮ ਫॉर द conclusion। In conclusion, due to their historical and cultural importance as well as impact on international relations, I restate that ancient artifacts should be delivered back to their country of origin। ਕਾफ़ी ज़्यादा ਸਿੰਪਲ ਬਣਾਇਆ ਜੀ। ਮੈਂ ਆਈਡੀਆਜ਼ ਦਾ ਨੇਮ ਮੈਂਸ਼ਨ ਕਰਤਾ ਵੀ ਇਹਨਾਂ ਰੀਜ਼ਨ ਕਰਕੇ ਵੀ ਜਿਹੜੇ ਆਪਣੇ ਉਹ ਆ ਗਏ एंशियन आर्टिफैक्ट आ उन्होंने वापस दे देना चाहिए उन्होंने कंट्री ऑफ ओरिजिन। काफ़ी सिमिलर है जी मेरी फस्ट थीसिस स्टेटमेंट के नाल ही इंट्रो वाली दे नाल, बस वो आइडियाज़ के नेम इंसर्ट कर दिते हैं, बाकी सारा कुछ सिंपल एंड सेम रखा है। सो दैट वाज इट फॉर टुडे गाइस। कोई भी सोनू प्रॉब्लम्स हो या कोई नैक्सट सजैशन हो किसी ऐसे बारे प्लीज़ कमेंट डाउन, एंड एज वैल एज जे सोनू कोई अप्रीशीएशन तुसीं देना चाहो दैन प्लीज़ डू कमेंट डाउन, क्योंकि सानू भी ज़्यादा इनकरेजमेंट मिलती है, मोटिवेशन मिलती है। सो दैट्स ऑल फॉर टुडे। थैंक यू एवरीवन। पीस।